Hello students, I hope you all are doing well. Welcome to our channel. Today we have come up with a new video in which we have a detailed overview of the writing module of PT exam. If you are new to this channel, do check out our previous videos. Now, without any further ado, let's get into the video. ਸੈਕੰਡ ਟਾਈਪ ਹੈ ਆਪਣੇ ਕੋਲ ਰਾਈਟਿੰਗ ਦੀ ਐਸੇ ਰਾਈਟਿੰਗ। ਇਸ ਦੇ ਵਿੱਚ ਕੀ ਕਰਨਾ, ਆਪਾਂ ਇੱਕ ਐਸੇ ਲਿਖਣਾ ਹੈ, ਆਪਾਂ ਨੂੰ ਜੋ ਟੌਪਿਕ ਦਿੱਤਾ ਹੋਊਗਾ ਉਸ ਦੇ ਬੇਸ ਤੇ। ਤਾਂ ਆਪਣੀ ਟਾਸਕ ਕੀ ਹੈ, ਰਾਈਟ ਅ 200 to 300 ਵਰਡ ਐਸੇ ਔਨ ਅ ਗਿਵਨ ਟੌਪਿਕ। ਤਾਂ ਇਸ ਦੇ ਵਿੱਚ ਆਪਾਂ ਨੂੰ ਵਰਡ ਲਿਮਿਟ ਦੱਸਦੀ ਕਿ 200 ਤੋਂ 300 ਵਰਡਸ ਦੇ ਵਿੱਚ ਹੋਣਾ ਚਾਹੀਦਾ ਹੈ, ਨਾਟ ਲੈਸ ਦੈਨ 200 ਐਂਡ ਨਾਟ ਮੋਰ ਦੈਨ 300 ਵਰਡਸ। ਉਸ ਦੇ ਨਾਲ ਕੀ ਹੋਊਗਾ, ਆਪਣੇ ਮਾਰਕਸ ਡਿਡਕਟ ਹੋ ਜਾਣਗੇ। ਤਾਂ ਆਪਣੇ ਕੋਲ ਜਿਹੜਾ ਐਸੇ ਟੌਪਿਕ ਦਿੱਤਾ ਹੋਊਗਾ ਉਹ 2 to 3 ਸੈਂਟੈਂਸਿਸ ਦਾ ਹੋਊਗਾ। ਉਸ ਦੇ ਵਿੱਚ ਕੀ ਹੋਊਗਾ, ਇੱਕ ਫੈਕਟ ਦਿੱਤਾ ਹੋਊਗਾ, ਹੋ ਸਕਦਾ ਕੋਈ ਓਪੀਨੀਅਨ ਵੀ ਦਿੱਤਾ ਹੋਵੇ। ਤੇ ਉਸ ਤੋਂ ਬਾਅਦ ਕੀ ਹੋਊਗਾ, ਜੋ ਆਪਾਂ ਟਾਸਕ ਕਰਨੀ ਆ ਉਹ ਆਪਾਂ ਨੂੰ ਦਿੱਤਾ ਹੋਊਗਾ, ਮਤਲਬ ਕਿ ਐਸੇ ਟਾਈਪ ਦਿੱਤੀ ਹੋਊਗੀ ਕਿ ਆਪਾਂ ਡਿਸਕਸ ਕੀ ਕਰਨਾ ਹੈ ਪੂਰੇ ਐਸੇ ਦੇ ਵਿੱਚ। ਇਹਨੂੰ ਆਪਾਂ ਕੰਪਲੀਟ ਕਰਨਾ ਹੈ 20 ਮਿੰਟਸ ਦੇ ਵਿੱਚ। ਤੇ ਇਸ ਦਾ ਵੀ ਸੇਮ ਹੈ ਕਿ ਜਿੱਥੇ ਵੀ ਆਪਾਂ ਆਪਣਾ ਆਨਸਰ ਟਾਈਪ ਕਰ ਰਹੇ ਹਾਂ ਉਸ ਦੇ ਨੀਚੇ ਵਰਡ ਕਾਊਂਟ ਦਿੱਤਾ ਹੋਇਆ ਆਊਗਾ। ਤਾਂ ਆਪਾਂ 200 to 300 ਜਿਹੜੀ ਵਰਡ ਲਿਮਿਟ ਹੈ ਉਸ ਦਾ ਆਪਾਂ ਧਿਆਨ ਰੱਖਣਾ ਹੈ। ਕੱਟ ਕਾਪੀ ਪੇਸਟ ਆਪਸ਼ਨਸ ਆਪਾਂ ਯੂਜ਼ ਕਰ ਸਕਦੇ ਹਾਂ ਆਪਣਾ ਟਾਈਮ ਬਚਾਉਣ ਲਈ, ਤਾਂ ਕਿ ਜਿਹੜਾ ਉਹ ਟਾਈਮ ਹੈ ਆਪਾਂ ਪ੍ਰੂਫ ਰੀਡਿੰਗ ਦੇ ਵਿੱਚ ਯੂਜ਼ ਕਰ ਸਕੀਏ। ਤਾਂ ਆਪਾਂ ਇੱਕ ਵਾਰੀ ਦੇਖ ਲੈਂਦੇ ਹਾਂ ਕਿ ਆਪਣੇ ਕੋਲ ਸੈਂਪਲ ਕੁਐਸਚਨ ਦਿੱਤਾ ਹੋਇਆ ਕਿ ਕਿਸ ਤਰ੍ਹਾਂ ਦਾ ਕੁਐਸਚਨ ਆਪਣਾ ਪੀਟੀ ਐਗਜ਼ਾਮ ਦੇ ਵਿੱਚ ਆ ਸਕਦਾ ਹੈ। ਐਨੀਮਲਸ ਸ਼ੁਡਨਟ ਬੀ ਯੂਜ਼ਡ ਫॉर ਮੈਡੀਕਲ ਰਿਸਰਚ ਅੰਡਰ ਐਨੀ ਸਰਕਮਸਟੈਂਸਿਸ। ਟੂ ਵਟ ਐਕਸਟੈਂਟ ਡੂ ਯੂ ਅਗਰੀ ਵਿਦ ਦਿਸ ਸਟੇਟਮੈਂਟ। ਤਾਂ ਇਸ ਦੇ ਵਿੱਚ ਸਟੇਟਮੈਂਟ ਕੀ ਹੋਗੀ ਆਪਣੇ ਕੋਲ ਕਿ ਐਨੀਮਲਸ ਨੂੰ ਮੈਡੀਕਲ ਰਿਸਰਚ ਲਈ ਯੂਜ਼ ਨਹੀਂ ਕਰਨਾ ਚਾਹੀਦਾ, ਚਾਹੇ ਜੋ ਮਰਜ਼ੀ ਸਰਕਮਸਟੈਂਸਿਸ ਹੋਣ। ਤਾਂ ਆਪਣਾ ਇਹਦੇ ਵਿੱਚ ਮੇਨ ਟੌਪਿਕ ਕੀ ਹੋ ਗਿਆ, ਐਨੀਮਲਸ ਦੇ ਉੱਤੇ ਹੈ ਕਿ ਉਹਨਾਂ ਨੂੰ ਮੈਡੀਕਲ ਰਿਸਰਚ ਦੇ ਵਿੱਚ ਯੂਜ਼ ਨਹੀਂ ਕਰਨਾ ਚਾਹੀਦਾ। ਤਾਂ ਆਪਾਂ ਇਸ ਦਾ ਸਟਰਕਚਰ ਦੇਖਦੇ ਹਾਂ ਐਸੇ ਦਾ ਕੀ ਹੋਊਗਾ। ਸਭ ਤੋਂ ਪਹਿਲਾਂ ਆਪਾਂ ਲਿਖਾਂਗੇ ਇੰਟਰੋਡਕਸ਼ਨ, ਉਸ ਤੋਂ ਬਾਅਦ ਆਪਣੇ ਆਣਗੇ ਬੋਡੀ ਪੈਰਾਗ੍ਰਾਫਸ, 1 ਜਾਂ 2 ਆਪਾਂ ਬਣਾ ਸਕਦੇ ਹਾਂ। ਉਸ ਤੋਂ ਬਾਅਦ ਆਪਣੇ ਕੋਲ ਆਊਗਾ ਕਨਕਲੂਜਨ। ਇਸ ਦੇ ਵਿੱਚ ਆਪਾਂ ਇੱਕ ਐਡਵਾਂਟੇਜ ਲੈ ਸਕਦੇ ਹਾਂ ਕਿ ਆਪਾਂ ਇੱਕ ਟੈਂਪਲੇਟ ਯਾਦ ਕਰ ਲਈਏ ਤੇ ਉਹੀ ਸੇਮ ਟੈਂਪਲੇਟ ਆਪਾਂ ਹਰ ਇੱਕ ਐਸੇ ਦੇ ਵਿੱਚ ਐਡ ਕਰ ਸਕਦੇ ਹਾਂ। ਬਟ ਉਸ ਦੇ ਵਿੱਚ ਜੋ ਬਲੈਂਕਸ ਹੋਣਗੀਆਂ ਉਸ ਨੂੰ ਆਪਾਂ ਟੌਪਿਕ ਦੇ ਹਿਸਾਬ ਨਾਲ ਫਿਲ ਕਰਾਂਗੇ, ਜੋ ਵੀ ਆਪਾਂ ਨੂੰ ਐਸੇ ਟੌਪਿਕ ਦਿੱਤਾ ਹੋ। ਤਾਂ ਜਿਵੇਂ ਆਪਾਂ ਇਸ ਦੀ ਇੰਟਰੋਡਕਸ਼ਨ ਲਿਖ ਰਹੇ ਹਾਂ, ਇਨ ਦਿਸ burgeoning epoch of science and technology, the contemporary humans dwell in the world which is eventually shaped by the latest trends and approaches over the globe. The current topic of, ਤਾਂ ਇੱਥੇ ਆਪਾਂ ਟੌਪਿਕ ਦਾ ਨਾਮ ਲਿਖਾਂਗੇ। ਇੱਥੇ ਅਸੀਂ ਲਿਖਤਾ animals shouldn't be used for medical research under any circumstances। ਇਹ ਕੀ ਹੋ ਗਿਆ, ਆਪਣਾ ਟੌਪਿਕ ਦਾ ਨਾਮ ਹੋ ਗਿਆ। ਜੇ ਇਹੀ ਟੌਪਿਕ ਦਾ ਨਾਮ ਆਪਾਂ 2 ਜਾਂ 3 ਵਰਡਸ 'ਚ ਲਿਖ ਸਕਦੇ ਹਾਂ ਤਾਂ ਉਹ ਵੀ ਠੀਕ ਰਹੂਗਾ। ਉਸ ਤੋਂ ਬਾਅਦ ਆਪਾਂ ਲਿਖਿਆ can be explained through careful considerations that will initially evaluate the given point of view. There are opposing views to every stance and this viewpoint is not different. I would like to put forth a case that will provide a detailed account of the benefits and the drawbacks of this concern. ਇੱਕ ਚੀਜ਼ ਦਾ ਹੋਰ ਧਿਆਨ ਰੱਖਣਾ ਕਿ ਕੋਸ਼ਿਸ਼ ਕਰਨੀ ਹੈ ਕਿ ਕੋਈ ਵੀ ਵਰਡ ਰਿਪੀਟ ਨਾ ਹੋਵੇ। ਹੁਣ ਜਿਵੇਂ ਇਸ ਦੇ ਵਿੱਚ ਇੱਕ ਵਾਰੀ ਟੌਪਿਕ ਯੂਜ਼ ਕੀਤਾ, ਇੱਕ ਵਾਰੀ ਵਿਊ ਪੁਆਇੰਟ ਯੂਜ਼ ਕੀਤਾ, ਇੱਕ ਵਾਰੀ ਪੁਆਇੰਟ ਆਫ ਵਿਊ ਯੂਜ਼ ਕੀਤਾ, ਮੀਨਿੰਗ ਸਾਰਿਆਂ ਦਾ ਸੇਮ ਹੈ ਬਟ ਵਰਡ ਨਹੀਂ ਰਿਪੀਟ ਕਰਨਾ। ਤਾਂ ਜਿਹੜੀ ਆਪਣੀ ਇੰਟਰੋਡਕਸ਼ਨ ਹੈ ਉਹ ਕਿੰਨੇ ਵਰਡਸ ਦੀ ਹੋਗੀ, 93 ਵਰਡਸ ਦੀ। ਤੇ ਇਸ ਦੇ ਵਿੱਚ ਆਪਾਂ ਸਿਰਫ ਇੱਕ ਬਲੈਂਕ ਫਿਲ ਕੀਤੀ ਹੈ ਕਿ ਟੌਪਿਕ ਦਾ ਨਾਮ ਕੀ ਹੈ, ਬਾਕੀ ਸਾਰਾ ਆਪਾਂ ਸੇਮ ਲਿਖ ਸਕਦੇ ਹਾਂ ਹਰ ਇੱਕ ਟਾਈਪ ਦੇ ਐਸੇ ਦੇ ਵਿੱਚ। ਨੈਕਸਟ ਆਪਾਂ ਦੇਖਦੇ ਹਾਂ ਕਿ ਆਪਾਂ ਪੈਰਾਗ੍ਰਾਫਸ ਦੇ ਵਿੱਚ ਕੀ ਐਡ ਕਰਨਾ ਹੈ। ਤਾਂ ਆਪਣਾ ਫਰਸਟ ਪੈਰਾਗ੍ਰਾਫ ਹੋਊਗਾ, there are myriad consequences supporting my belief. My case can be further stated with a great degree of evaluation that these days popular culture has taken over the world. In addition to this, there is no denying the fact that dash is responsible for this popularity. ਇਸ popularity ਲਈ ਕੌਣ ਰਿਸਪੌਂਸੀਬਲ ਹੈ ਜਾਂ ਕੋਈ ਚੀਜ਼ ਰਿਸਪੌਂਸੀਬਲ ਹੈ, ਆਪਾਂ ਉਹ ਦੱਸਣਾ ਕਿ ਕੌਣ ਰਿਸਪੌਂਸੀਬਲ ਹੈ। ਤਾਂ ਆਪਾਂ ਮੰਨ ਲੈਂਦੇ ਹਾਂ ਕਿ ਜਿਹੜੀ ਮੈਡੀਕਲ ਰਿਸਰਚ ਹੋ ਰਹੀ ਹੈ ਉਹ ਟੈਕਨੋਲੋਜੀ ਦੀ ਐਡਵਾਂਸਮੈਂਟ ਕਰਕੇ ਹੋ ਰਹੀ ਹੈ। ਤਾਂ ਆਪਾਂ ਇੱਥੇ ਲਿਖ ਸਕਦੇ ਹਾਂ ਟੈਕਨੋਲੋਜੀ ਇਜ਼ ਰਿਸਪੌਂਸੀਬਲ ਫॉर ਦਿਸ ਪੋਪੂਲੈਰਿਟੀ। ਮਤਲਬ ਟੌਪਿਕ ਨੂੰ ਸਮਝ ਕੇ ਆਪਾਂ ਉਰੇ ਦੱਸਣਾ ਹੈ ਵੀ ਜੋ ਵੀ ਆਪਣਾ ਟੌਪਿਕ ਹੈ ਉਸ ਚੀਜ਼ ਲਈ ਕੌਣ ਰਿਸਪੌਂਸੀਬਲ ਹੈ। ਠੀਕ ਹੈ, ਤਾਂ ਇਹ ਹੋ ਗਿਆ ਆਪਣੇ ਕੋਲ ਸੈਕਿੰਡ ਬਲੈਂਕ। However, another point of view cannot be ignored, that it also provides us valuable information. For instance, the statistics from credible sources reveal that 74% of the community acknowledges the fact that this orientation has a positive approach. ਤਾਂ ਇਹ ਸੀਗਾ ਆਪਣਾ ਬੋਡੀ ਪੈਰਾਗ੍ਰਾਫ 1 BP1 ਤੇ ਇਹ ਆਪਣੇ ਕੋਲ ਬਣਿਆ ਓਨਲੀ 84 ਵਰਡਸ ਦਾ। ਤੇ ਇਸ ਦੇ ਵਿੱਚ ਵੀ ਸਿਰਫ ਇੱਕੋ ਹੀ ਬਲੈਂਕ ਸੀਗੀ ਜੋ ਆਪਾਂ ਟੌਪਿਕ ਦਾ ਨਾਮ ਦੇਖ ਕੇ ਫਿਲ ਕੀਤੀ। ਬੋਡੀ ਪੈਰਾਗ੍ਰਾਫ 2 ਦੇ ਵਿੱਚ ਆਪਾਂ ਕੀ ਲਿਖਣਾ ਹੈ, another pivotal aspect of the aforementioned proposition is that it is only likely to help one thrive and excel in varied areas.
Moreover, it is quite evident that wildlife has a great role in the growth of an individual. ਤਾਂ ਇੱਥੇ ਇੱਕ ਹੋਰ ਬਲੈਂਕ ਆਈ ਹੈ ਆਪਣੇ ਕੋਲ ਕਿ ਆਪਣੀ ਗਰੋਥ ਦੇ ਵਿੱਚ ਕਿਸ ਚੀਜ਼ ਦਾ ਬਹੁਤ ਜ਼ਿਆਦਾ ਰੋਲ ਹੈ। ਤਾਂ ਹੁਣ ਜਿਵੇਂ ਇਸ ਦੇ ਵਿੱਚ ਐਨੀਮਲਸ ਦੀ ਗੱਲ ਹੋ ਰਹੀ ਹੈ ਤਾਂ ਆਪਾਂ ਇੱਕ ਸਿਨੋਨੀਅਮ ਲੱਭ ਲਿਆ ਜਾਂ ਪੂਰੀ ਕੈਟੇਗਰੀ ਲਈ ਆਪਾਂ ਇੱਕ ਵਰਡ ਯੂਜ਼ ਕਰ ਲਿਆ ਵਾਈਲਡ ਲਾਈਫ। ਤਾਂ ਵਾਈਲਡ ਲਾਈਫ ਦਾ ਆਪਣੀ ਗਰੋਥ ਦੇ ਵਿੱਚ ਬਹੁਤ ਜ਼ਿਆਦਾ ਰੋਲ ਹੈ, ਇਸ ਲਈ ਇੱਥੇ ਆਪਾਂ ਲਿਖਤਾ ਵਾਈਲਡ ਲਾਈਫ। Consequently, one can confidently state that animals have a great impact on the lives of people। ਤੇ ਇਹ ਆਪਣੇ ਕੋਲ ਲਾਸਟ ਬਲੈਂਕ ਹੈ ਜਿੱਥੇ ਆਪਾਂ ਐਨੀਮਲਸ ਲਿਖਿਆ। ਤਾਂ ਇਹ ਸਿਰਫ 4 ਬਲੈਂਕਸ ਨੇ ਜੋ ਆਪਾਂ ਪੂਰੇ ਐਸੇ ਦੇ ਵਿੱਚ ਫਿਲ ਕਰਨੀਆਂ ਨੇ ਟੌਪਿਕ ਦਾ ਨਾਮ ਦੇਖ ਕੇ। ਤੇ ਬੋਡੀ ਪੈਰਾਗ੍ਰਾਫ 2 ਜਿਹੜਾ ਆਪਣੇ ਕੋਲ 55 ਵਰਡਸ ਦਾ ਬਣਦਾ ਹੈ। ਤੇ ਲਾਸਟ ਪਾਰਟ ਹੈ ਆਪਣੇ ਕੋਲ ਕਨਕਲੂਜਨ। To wrap up, the foregoing discussion propounds that the view statement has many positive aspects, but the negatives should also be considered, which are indeed too dire to ignore। ਇਸ ਦੇ ਵਿੱਚ ਕੋਈ ਵੀ ਬਲੈਂਕ ਨਹੀਂ ਹੈ, ਇਸ ਲਈ ਆਪਾਂ as it is ਲਿਖ ਸਕਦੇ ਹਾਂ ਤੇ ਇਹ ਸਿਰਫ 29 ਵਰਡਸ ਹੈ। ਤਾਂ ਐਸੇ ਦੇ ਵਿੱਚ ਆਪਾਂ ਕਿਸ ਚੀਜ਼ ਦਾ ਧਿਆਨ ਰੱਖਣਾ ਹੈ? ਵਰਡ ਲਿਮਿਟ ਦਾ ਧਿਆਨ ਰੱਖਣਾ ਹੈ, ਆਪਾਂ ਸਪੈਲਿੰਗਸ ਦਾ ਧਿਆਨ ਰੱਖਣਾ ਹੈ, ਗ੍ਰਾਮਰ ਦਾ ਧਿਆਨ ਰੱਖਣਾ ਹੈ। ਜਿੱਥੇ ਵੀ ਆਪਾਂ ਸਿੰਗੂਲਰ ਵਰਡ ਲਿਖਣਾ ਹੈ ਉਹਦੇ ਨਾਲ ਸਿੰਗੂਲਰ ਵਰਬ ਲਿਖਣੀ ਹੈ। ਜਿੱਥੇ ਵੀ ਆਪਾਂ ਪਲੂਰਲ ਨਾउन ਲਿਖਣਾ ਉਹਦੇ ਨਾਲ ਪਲੂਰਲ ਨਾउन, ਜਿੱਥੇ ਵੀ ਆਪਾਂ ਪਲੂਰਲ ਨਾउन ਲਿਖ ਰਹੇ ਹਾਂ ਉਹਦੇ ਨਾਲ ਪਲੂਰਲ ਵਰਬ ਯੂਜ਼ ਕਰਨੀ ਹੈ। ਤਾਂ ਇਹ ਛੋਟੀਆਂ ਗਲਤੀਆਂ ਨੇ ਜਿਸ ਕਰਕੇ ਆਪਣੇ ਰਾਈਟਿੰਗ ਦੇ ਵਿੱਚੋਂ ਮਾਰਕਸ ਕੱਟ ਜਾਂਦੇ ਨੇ, ਤਾਂ ਇਹਨਾਂ ਦਾ ਜ਼ਿਆਦਾ ਧਿਆਨ ਰੱਖਣਾ ਹੈ, ਰਾਈਟ। So this is it for today. If you like this video, give it a big thumbs up, and if you have any queries, do let us know in the comment section। ਤੁਸੀਂ ਹੋਰ ਕਿਸ ਤਰੀਕੇ ਦੀਆਂ ਵੀਡੀਓਜ਼ ਦੇਖਣਾ ਚਾਹੁੰਦੇ ਹੋ ਉਹ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸੋ। ਇਸ ਤਰੀਕੇ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸ਼ੇਅਰ ਜ਼ਰੂਰ ਕਰੋ। Don't forget to press the bell icon so you never miss any updates from our side. Thank you so much।